ਫਸਟ ਹੁੰਦੀ ਹੈ। ਪਰ ਇਹ ਟਾਈਮ ਇਹ ਨਹੀਂ ਹੁੰਦਾ ਇਹਨਾਂ ਚੀਜ਼ਾਂ ਨੂੰ ਕਰਨ ਦਾ। ਇਹ ਟਾਈਮ ਜਿੱਦਾਂ ਸਾਡੇ ਮੁਹੱਲੇ ਦੇ ਵਿੱਚ ਅਗਰ ਮੰਨ ਲਓ ਮੇਰੀ ਨਾਲੀ ਰੁਕਦੀ ਹੈ ਮੇਰੇ ਘਰ ਦੇ ਅੱਗੇ, ਤਾਂ ਮੈਂ ਕਾਉਂਸਲਰ ਦੀ ਜਾਨ ਨੂੰ ਰੋਈ ਜਾਵਾਂ ਉਹਦਾ ਨਾਲ ਚੰਗਾ ਪਹਿਲਾਂ ਤਾਂ ਮੈਂ ਆਪਣੇ ਅੱਗੋਂ ਨਾਲੀ ਦਾ ਸਾਫ਼ ਕਰ ਲਵਾਂ, ਬਾਅਦ 'ਚ ਗੱਲ ਕਰ ਲਾਂਗੇ। ਸੋ ਇਹ ਸਿਚੁਏਸ਼ਨ ਜਿਹੜੀ ਇਹ ਹੈ ਕਿ ਜੋ ਆਪਣੇ ਲੈਵਲ ਤੇ ਤੁਸੀਂ ਕਰ ਸਕਦੇ ਹੋ ਉਹ ਜ਼ਰੂਰ ਕਰੋ। ਔਰ NGOs ਜਿਹੜੇ ਅੱਗੇ ਆਏ ਨੇ ਉਹਨਾਂ ਨੇ ਇੱਕ ਚੀਜ਼ ਦਾ ਕੌਨਫੀਡੈਂਸ ਤਾਂ ਪੂਰੇ ਵਰਲਡ ਦੇ ਵਿੱਚ ਬਣਾਇਆ ਕਿ ਅਜੇ ਇਨਸਾਨੀਅਤ ਮਰੀ ਨਹੀਂ ਹੈ, ਹਿਊਮੈਨਿਟੀ ਜ਼ਿੰਦਾ ਹੈ। ਗੰਦੇ ਲੋਕ ਨੇ, ਗੰਦੇ ਇਨਸਾਨ ਇਸ ਧਰਤੀ ਤੇ ਐਗਜ਼ਿਸਟ ਕਰਦੇ ਨੇ ਪਰ ਇਨਸਾਨੀਅਤ ਨਹੀਂ ਮਰੀ। ਇਸ ਗੱਲ ਲਈ ਮੈਂ ਚਾਹਾਂਗਾ ਕਿ ਆਪਾਂ ਜਿੰਨੇ ਵੀ ਹੈਗੇ ਆ ਆਪਾਂ ਇੱਕ ਵਾਰੀ ਬੀਇੰਗ ਹਿਊਮਨ, ਆਪਾਂ ਹਿਊਮਨ ਬੀਇੰਗ ਵਾਸਤੇ ਇੱਕ ਵਾਰੀ ਤਾਲੀਆਂ ਮਾਰੀਏ ਕਿ ਅਸੀਂ ਸਾਰੇ ਜ਼ਿੰਦਾ ਲੋਕ ਆ, ਸਾਡੇ ਲੋਕਾਂ ਦੇ ਜ਼ਮੀਰ ਜ਼ਿੰਦਾ ਨੇ, ਅਸੀਂ ਲੋਕਾਂ ਵਾਸਤੇ ਖੜੇ ਆ। ਅੱਜ ਮੈਂ ਕਿਸੇ ਨਾਲ ਖੜਾ ਹੋ ਸਕਦਾ ਕੱਲ ਨੂੰ ਮੇਰੀ ਸਿਚੁਏਸ਼ਨ ਹੋਵੇ ਤੁਹਾਨੂੰ ਮੇਰੇ ਨਾਲ ਖੜਾ ਹੋਣਾ ਪਵੇ। ਸੋ ਜਿਹੜੀ ਟੁਗੇਦਰਨੈਸ ਹੈ ਇਹ ਸਾਨੂੰ ਇੱਕ ਕੋਵਿਡ ਨੇ ਬਲੈਸਿੰਗ ਵੀ ਦਿੱਤੀ ਹੈ। ਬੜਾ ਵਰਸਟ ਟਾਈਮ ਦੇਖ ਰਿਹਾ ਸੰਸਾਰ ਸਾਰਾ, ਬਟ ਸਾਨੂੰ ਇੱਕ ਚੀਜ਼ ਵੀ ਦੇ ਕੇ ਜਾ ਰਿਹਾ ਕੋਵਿਡ, ਉਹ ਹੈ ਟੁਗੇਦਰਨੈਸ। ਔਰ NGOs ਜਿਹੜੇ ਅੱਗੇ ਆਏ ਨੇ ਉਹਨਾਂ ਦਾ ਕੋਟਨ ਕੋਟ ਧੰਨਵਾਦ। ਅਸੀਂ ਆਪਣੇ ਵੱਲੋਂ ਛੋਟੀ ਜੀ ਕੋਸ਼ਿਸ਼ ਕਰ ਰਹੇ ਹਾਂ, ਪਰ ਜਿਹੜੇ NGOs ਨੇ ਆ ਕੇ ਸੰਸਾਰ ਨੂੰ ਸੰਭਾਲਿਆ ਉਹਨਾਂ ਦਾ ਧੰਨਵਾਦ। ਔਰ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਜੇ ਅੱਗੇ ਆ ਕੇ ਤੁਸੀਂ ਸਾਰਾ ਜ਼ਿੰਮਾ ਨਹੀਂ ਚੱਕ ਸਕਦੇ, ਜਿੰਨਿਆਂ ਕੁ ਦੀ ਹੈਲਪ ਕਰ ਸਕਦੇ ਉਹ ਕਰੋ, ਨਹੀਂ ਕਰ ਸਕਦੇ ਆਪਣੇ ਘਰਦਿਆਂ ਦੀ ਹੈਲਪ ਜ਼ਰੂਰ ਕਰੋ। ਘਰਦਿਆਂ ਦੀ ਵੀ ਨਹੀਂ ਕਰ ਸਕਦੇ, ਘੱਟੋ ਘੱਟ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰਕੇ ਰੱਖੋ, ਮਾਸਕ ਪਾ ਕੇ ਰੱਖੋ, ਡਿਸਟੈਂਸ ਬਣਾ ਕੇ ਰੱਖੋ। ਇੰਨੀ ਕਿਰਪਾ ਤਾਂ ਮੈਨੂੰ ਲੱਗਦਾ ਹਰ ਜ਼ਿੰਦਾ ਇਨਸਾਨ ਕਰ ਸਕਦਾ। ਔਰ ਹੁਣ ਮੈਂ ਗੱਲ ਕਰਾਂਗਾ ਜੀ ਜਿਹੜਾ ਅਸੀਂ 43 ਸੈਕਟਰ ਦੇ ਵਿੱਚ COVID-19 ਜਿਹੜਾ ਕੇਅਰ ਸੈਂਟਰ ਖੋਲ੍ਹਿਆ, ਇਹ ਆਪਣੇ ਆਪ 'ਚ ਐਗਜ਼ੈਂਪਲਰੀ ਕੋਵਿਡ ਸੈਂਟਰ ਬਣੇਗਾ। ਕਿਉਂਕਿ ਡਾਕਟਰਸ ਹਸਪੀਟਲਸ ਜਦੋਂ ਬੇਵੱਸ ਹੋ ਜਾਂਦੇ ਨੇ, ਮੈਂ ਸਾਰਿਆਂ ਨੂੰ ਬਲੇਮ ਨਹੀਂ ਕਰਦਾ ਕਿ ਤੁਹਾਨੂੰ ਰਾਹ ਨਹੀਂ ਦਿੰਦੇ, ਠਾਂ ਨਹੀਂ ਦਿੰਦੇ, ਜਦੋਂ ਬੇਵੱਸ ਹੋ ਜਾਂਦੇ ਨੇ ਉਹਨਾਂ ਕੋਲ ਵੀ ਜਦੋਂ ਚਾਰਾ ਨਹੀਂ ਰਹਿੰਦਾ ਤੇ ਬੰਦਾ ਕਿੱਥੇ ਜਾਵੇ। ਲੋਕ ਸੜਕਾਂ ਦੇ ਉੱਤੇ ਰੁਲਦੇ ਦੇਖੇ ਅਸੀਂ, ਪਹਿਲੀ ਵਾਰੀ ਹੈ ਕਿ ਅਸੀਂ ਲਾਸ਼ਾਂ ਦੇ ਕਿਊ ਲੱਗੇ ਦੇਖੇ ਨੇ, ਲਾਸ਼ਾਂ ਨੂੰ ਟੋਕਨ ਨੰਬਰ ਮਿਲੇ ਹੋਏ ਨੇ ਵੀ ਇਹਦਾ ਕਦੋਂ ਸੰਸਕਾਰ ਹੋਣਾ। ਤੇ ਮਰੀਜ਼ਾਂ ਦੀ ਤਾਂ ਕੀ ਹਾਲਤ ਹੈ ਕਿ ਸੜਕਾਂ ਦੇ ਉੱਤੇ, ਫੁੱਟਪਾਥਾਂ ਦੇ ਉੱਤੇ ਮਰੀਜ਼ ਪਏ ਨੇ। ਇੱਦਾਂ ਦੇ ਕੋਵਿਡ ਸੈਂਟਰ ਬਣਨਗੇ, ਹੋਰ ਬਣਨਗੇ, ਤੇ ਮੈਨੂੰ ਲੱਗਦਾ ਅਸੀਂ ਨੁਕਸਾਨ ਨੂੰ ਮਿਨੀਮਾਈਜ਼ ਕਰ ਸਕਦੇ ਹਾਂ। ਸੋ ਯੂਨਾਈਟਿਡ ਸਿੱਖਸ ਇੱਕ ਐਸਾ ਆਰਗੇਨਾਈਜੇਸ਼ਨ ਹੈ ਜਿਹੜਾ ਪੂਰੇ ਸੰਸਾਰ ਦੇ ਵਿੱਚ ਮਾਨਵਤਾ ਦੀ ਸੇਵਾ ਕਰ ਰਿਹਾ ਔਰ ਅੱਜ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਵੱਡੀ ਸੇਵਾ ਦੇ ਨਾਲ ਅੱਗੇ ਆਇਆ। ਔਰ ਉਹਦੇ 'ਚ ਇੱਕ ਛੋਟਾ ਜਿਹਾ ਮੈਂ ਐਡ ਆਨ ਹੋਰ ਕਰਨਾ ਚਾਹਾਂਗਾ। ਇੱਕ ਜੋਤ ਇੱਕ ਆਰਗੇਨਾਈਜੇਸ਼ਨ ਹੈ, NGO ਹੈ ਜਿਹੜੀ ਬਹੁਤ ਵੱਡੀ, ਇੱਕ ਡਾਕਟਰ ਸਾਡੇ ਇੱਥੇ ਮੈਡਮ ਰਮਾ ਸਹਿਗਲ ਜਿਹੜੇ ਨੇ ਉਹ ਇੱਥੇ ਕੋਆਰਡੀਨੇਟ ਕਰਦੇ ਨੇ ਸਾਰਾ। ਮਨਜਿੰਦਰ ਕੰਗ ਜੀ ਆਏ ਨੇ ਉੱਥੋਂ, ਮਾਂਗੜ ਜੀ, ਔਰ ਸਤਿੰਦਰ ਬਿੱਟੀ ਜੀ। ਥੋੜਾ ਮਾਸਕ ਲਾ ਕੇ ਦਿਖਾਓਗੇ ਤਾਂ ਸਾਡੇ ਸੀਨੀਅਰ ਆਰਟਿਸਟ ਨੇ, ਵੈਟਰਨ ਸਾਡੇ ਪੰਜਾਬੀ ਸਿੰਗਰ ਨੇ, ਔਰ ਇਹ ਵੀ ਨਾਲ ਆਏ ਨੇ। ਅੱਜ ਅਸੀਂ 5 ਮਸ਼ੀਨਾਂ ਇੰਗਲੈਂਡ ਤੋਂ ਮੰਗਾਈਆਂ ਨੇ ਜਿਹੜੀਆਂ ਏਕ ਜੋਤ ਸੇਵਾ ਕਰ ਰਿਹਾ। ਯੂਨਾਈਟਿਡ ਸਿੱਖਸ ਨੂੰ ਅਸੀਂ ਇਸ ਸੈਂਟਰ ਵਾਸਤੇ ਅੱਜ ਅਸੀਂ ਨਹੀਂ ਸੰਗਤ ਜਿਹੜੀ ਉੱਥੋਂ ਦੀ, ਮੈਂ ਉਹਨਾਂ ਬਾਰੇ ਵੀ ਪੂਰੀ ਡਿਟੇਲ ਦੱਸਾਂਗਾ ਤੁਹਾਨੂੰ ਕੌਣ ਲੋਕ ਸ਼ਾਮਿਲ ਨੇ। 5 ਮਸ਼ੀਨਾਂ ਨਾਲ ਸ਼ੁਰੂਆਤ ਕੀਤੀ ਹੈ ਔਰ ਉਮੀਦ ਹੈ ਕਿ ਹੋਰ ਜਿੱਦਾਂ ਜ਼ਰੂਰਤ ਪੈਂਦੀ ਜਾਏਗੀ ਅਸੀਂ ਸੇਵਾ ਕਰਦੇ ਜਾਵਾਂਗੇ। ਸਰਦਾਰ ਬਲਬੀਰ ਸਿੰਘ ਮੈਨਚੈਸਟਰ ਰਹਿੰਦੇ ਨੇ, ਉਹ ਹੈੱਡ ਨੇ ਏਕ ਜੋਤ ਆਰਗੇਨਾਈਜੇਸ਼ਨ ਦੇ। ਉਹਨਾਂ ਨੇ 5 ਮਸ਼ੀਨਾਂ ਪਹਿਲਾਂ ਭੇਜੀਆਂ ਨੇ, ਕਨਸੈਂਟਰੇਟਰਸ ਭੇਜੇ ਨੇ ਔਰ 7 ਲੀਟਰਸ ਦੇ ਸਾਰੇ ਹੈਗੇ ਨੇ। ਮੈਨੂੰ ਲੱਗਦਾ ਕਿ ਵੱਧ ਤੋਂ ਵੱਧ ਲੋਕ ਅੱਗੇ ਆਉਣ, ਇਸ ਤਰ੍ਹਾਂ ਦੀ ਦਾਨ ਕਵਾਂਗਾ, ਮਨੁੱਖਤਾ ਨੂੰ ਸੇਵਾ ਕਵਾਂਗਾ, ਉਹ ਕਰਨ ਤੇ ਬਹੁਤ ਵੱਡਾ ਬਚਾਅ ਹੋ ਸਕਦਾ। ਮੈਨੂੰ ਪਤਾ ਮੈਂ ਜ਼ਿਆਦਾ ਲੰਬੀ ਗੱਲ ਕਰ ਗਿਆ ਪਰ ਇਹ ਸਾਰਾ ਕੁਝ ਕਵਰ ਕਰਨਾ ਬਹੁਤ ਜ਼ਰੂਰੀ ਸੀ। ਅਗਲਾ ਕੁਐਸਚਨ ਤੁਹਾਡਾ। ਸਰ, ਇੱਕ ਮਾਨਵਤਾ ਦੀ ਸੇਵਾ ਦੀ ਗੱਲ ਕਰ ਰਹੇ ਆਪਾਂ, ਕਹਿ ਰਹੇ ਪੈਂਡੇਮਿਕ ਚੱਲ ਰਿਹਾ ਕਿ ਇੱਕ ਦੂਜੇ ਦੀ ਸਹਾਇਤਾ ਕਰਨੀ, ਲੇਕਿਨ ਜਦ ਅਮਿਤਾਭ ਬੱਚਨ ਨੇ DSGMC ਨੂੰ ਪੈਸੇ ਭੇਜੇ ਉਹਦੇ ਬਾਅਦ ਤਾਂ ਸਿੱਖ ਸੰਗਤ ਨਾਰਾਜ਼ ਹੋ ਗਈ ਕਿ ਕਿਤੇ ਨਾ ਕਿਤੇ ਪੁਰਾਣੀ ਗੱਲਾਂ ਯਾਦ ਆ ਗਈ, ਜ਼ਖਮ ਭਰੇ ਹੋ ਗਏ। ਲੇਕਿਨ ਇਹ ਵੇਲਾ ਆਈ ਥਿੰਕ ਇੱਕ ਦੂਜੇ ਦੀ ਹੈਲਪ ਕਰਨ ਦਾ, ਇੱਕ ਦੂਜੇ ਦੀ ਮਾਨਵਤਾ ਦੀ ਸੇਵਾ ਕਰਨ ਦਾ ਹੈਗਾ। ਇਹ ਦੋ ਆਰਗੇਨਾਈਜੇਸ਼ਨਸ ਦੀ ਪਰਸਨਲ ਆਪਸੀ ਜਿਹੜੀ ਇੱਕ ਡਿਸੀਜਨ ਹੈ ਕਿ ਉਹਨਾਂ ਨੇ ਡੋਨੇਟ ਕਰਨਾ ਸੀ, ਉਹਨਾਂ ਨੇ ਐਕਸੈਪਟ ਨਹੀਂ ਸੀ ਕਰਨਾ, ਹੈ ਨਾ। ਇਹ ਸਾਡੀ ਆਰਗੇਨਾਈਜੇਸ਼ਨ ਜਿਹੜੀ ਹੈ, ਅਸੀਂ ਵੀ ਦੇਖ ਸਕਦੇ ਹਾਂ ਕੱਲ ਨੂੰ ਕਿ ਕੋਈ ਸਾਨੂੰ ਅਗਰ ਐਥੀਕਲੀ ਕੋਈ ਚੀਜ਼ ਰੋਂਗ ਲੱਗਦੀ, ਮੈਂ ਨਹੀਂ ਕਹਿੰਦਾ ਕਿਸੇ ਦੀ ਡੋਨੇਸ਼ਨ ਨੂੰ ਡਿਨਾਈ ਕਰਾਂਗੇ, ਪਰ ਅਸੀਂ ਐਥੀਕਲੀ ਕੋਈ ਚੀਜ਼ ਰੋਂਗ ਲੱਗਦੀ ਹੈ ਤਾਂ ਉਹ ਸਾਡਾ ਪਰਸਨਲ ਡਿਸੀਜਨ ਹੁੰਦਾ। ਇਹ ਇੱਕ ਪਾਰਟੀਕੂਲਰ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਨੂੰ ਇਹ ਐਕਸੈਪਟੇਬਲ ਨਹੀਂ ਹੋਇਆ, ਇਹ ਉਹਨਾਂ ਦਾ ਪਰਸਨਲ ਡਿਸੀਜਨ ਹੈ। ਸੋ ਅਮਿਤਾਭ ਸਾਹਿਬ ਨੇ ਚੰਗਾ ਜੈਸਚਰ ਭਾਵੇਂ ਦਿੱਤਾ, ਪਰ ਜੇ ਐਕਸੈਪਟੇਬਲ ਨਹੀਂ ਹੈ ਕਿਸੇ ਨਾਰਾਜ਼ਗੀ ਕਰਕੇ ਤਾਂ ਉਹਨਾਂ ਨੂੰ ਇਹਦਾ ਬੁਰਾ ਨਹੀਂ ਮਨਾਉਣਾ ਚਾਹੀਦਾ। ਦੂਜੇ ਦੀ ਭਾਵਨਾ ਦੀ ਰਿਸਪੈਕਟ ਵੀ ਕਰਨੀ ਚਾਹੀਦੀ। ਮੈਨੂੰ ਲੱਗਦਾ ਅਮਿਤਾਭ ਸਾਹਿਬ ਕੋਲ
ਬਹੁਤ ਸਾਰੇ ਆਪਸ਼ਨ ਖੁੱਲੇ ਨੇ। ਉਹ ਆਪਣਾ 2 ਕਰੋੜ ਕਿਤੇ ਹੋਰ ਲਾ ਸਕਦੇ ਨੇ। ਸੇਵਾ ਇੱਕ ਥਾਂ ਤੇ ਨਹੀਂ ਕਰਨੀ ਹੁੰਦੀ ਕਿ ਇੱਥੇ ਹੀ ਕਰਾਂਗਾ ਤੇ ਤਾਂ ਹੀ ਸੇਵਾ। ਤਾਂ ਅਮਿਤਾਭ ਸਾਹਿਬ ਕੋਲ ਬਹੁਤ ਆਪਸ਼ਨਸ ਨੇ, ਉਹ ਕਿਤੇ ਹੋਰ ਡੋਨੇਟ ਕਰ ਦੇਣਗੇ ਜੀ। ਸਰ, ਇੱਕ ਅਰਦਾਸ ਕੀਤੀ ਗਈ ਅੱਜ ਬਠਿੰਡੇ ਦੇ ਗੁਰਦੁਆਰੇ ਦੇ ਵਿੱਚ ਕਿਹਾ ਗਿਆ ਕਿ ਮੋਦੀ ਨੂੰ ਇੱਕ ਤਾਂ ਲੰਬੀ ਉਮਰ ਬਖਸ਼ੇ, ਸੰਮਤ ਬਖਸ਼ੇ ਤੇ ਨਾਲ ਕੀ ਗਿਆ ਪੰਜਾਬ ਦਾ ਜੇ ਨੈਕਸਟ ਸੀਐਮ ਹੋਵੇ ਉਹ ਦਲਿਤ ਹੋਵੇ। ਦੇਖੋ, ਇਹ ਤਾਂ ਅਰਦਾਸ ਤਾਂ ਹੁੰਦੀ ਸਰਬਤ ਦੇ ਭਲੇ ਦੀ ਹੈ। ਸਰਬਤ ਦੇ ਭਲੇ ਵਿੱਚ ਤਾਂ ਅਸੀਂ ਤਾਂ ਕਦੇ ਔਰੰਗਜ਼ੇਬ ਦਾ ਬੁਰਾ ਵੀ ਨਹੀਂ ਮੰਗ ਸਕਦੇ ਅਰਦਾਸ ਦੇ ਵਿੱਚ। ਉਹਦਾ ਕਰਮ ਉਹਦਾ ਬੁਰਾ ਕਰਨਗੇ, ਹੈ ਨਾ ਜੀ। ਔਰੰਗਜ਼ੇਬ ਦੇ ਵੀ ਜਾਂ ਚੰਗੇਜ਼ ਖਾਨ ਦਾ ਵੀ ਜਾਂ ਕਿਸੇ ਵੱਡੇ ਤੋਂ ਵੱਡੇ ਕਿਸੇ ਗੈਂਗਸਟਰ ਦਾ, ਕਿਸੇ ਤੋਂ ਵੱਡੇ ਅਸੀਂ ਕਿਸੇ ਗੁਨਾਹਗਾਰ ਦਾ ਵੀ ਬੁਰਾ ਤਾਂ ਅਰਦਾਸ 'ਚ ਮੰਗਿਆ ਨਹੀਂ ਜਾ ਸਕਦਾ। ਇਹ ਬਹੁਤ ਚੰਗੀ ਗੱਲ ਹੈ ਕਿਸੇ ਦਾ ਵੀ ਭਲਾ ਮੰਗਣਾ। ਜੇ ਉਹਨਾਂ ਨੇ ਮੋਦੀ ਜੀ ਦਾ ਭਲਾ ਮੰਗਿਆ ਤੇ ਅਰਦਾਸ ਦਾ ਸਿੱਖੀ ਸਿਧਾਂਤ ਦਾ ਇੱਕ ਪਾਲਣ ਕੀਤਾ ਗਿਆ। ਬਟ ਮੈਨੂੰ ਲੱਗਦਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀਆਂ ਪੋਲੀਟੀਕਲ ਅਰਦਾਸਾਂ ਮੈਂ ਨਾ ਤਾਂ ਕਦੇ ਹੁੰਦੀਆਂ ਦੇਖੀਆਂ ਨਾ ਸੁਣੀਆਂ ਸੀ। ਇਹ ਅਰਦਾਸ ਮਨ 'ਚ ਕਿਸੇ ਨੇ ਕਰਨੀ ਕਰ ਸਕਦੇ ਆ। ਅਰਦਾਸ ਤਾਂ ਅਰਦਾਸ ਹੁੰਦੀ ਹੈ, ਉਹਦੀ ਇੱਕ ਮਰਿਆਦਾ ਨੂੰ ਜ਼ਰੂਰ ਬਣਾ ਕੇ ਰੱਖਣਾ ਚਾਹੀਦਾ। ਔਰ ਦੂਸਰੀ ਗੱਲ, ਦਲਿਤ ਭਾਈਚਾਰੇ ਦਾ ਜਿਹੜਾ ਇਸ ਵੇਲੇ ਪੱਤਾ ਖੇਡਿਆ ਜਾ ਰਿਹਾ ਪੋਲੀਟੀਕਲ ਪੱਤਾ ਹੈ। ਇਹਦੇ ਲਈ ਨਾ ਤਾਂ ਅਨਾਉਂਸਮੈਂਟਾਂ ਕਰਨ ਦੀ ਲੋੜ ਹੈ, ਨਾ ਇਹਦੇ ਲਈ ਕੋਈ ਕਿਸੇ ਨੂੰ ਲਾਲਚ ਦੇਣ ਦੀ ਲੋੜ ਹੈ। ਦਲਿਤ ਭਾਈਚਾਰਾ ਵੀ ਸਾਡਾ ਹੀ ਭਾਈਚਾਰਾ, ਵੈਸੇ ਹੀ ਸੀਐਮ ਬਣਾ ਦਿਓ। ਇਹਨੂੰ ਐਡਾ ਪ੍ਰਚਾਰ ਕਰਨ ਦੀ, ਇੰਨੀ ਜ਼ਿਆਦਾ ਮਾਈਲੇਜ ਲੈਣ ਦੀ ਕੀ ਲੋੜ ਹੈ? ਜਿਹੜੀ ਪਾਰਟੀ ਵੀ ਇਹ ਮਾਈਲੇਜ ਲੈ ਰਹੀ ਹੈ, ਇਹਦਾ ਮਤਲਬ ਉਹਨੂੰ ਦਲਿਤ ਭਾਈਚਾਰੇ ਨਾਲ ਵੀ ਕੋਈ ਸਰੋਕਾਰ ਨਹੀਂ ਹੈ। ਇਹ ਪੋਲੀਟੀਕਲ ਗੇਨ ਲੈਣ ਵਾਸਤੇ ਗੱਲਾਂ ਕੀਤੀਆਂ ਜਾ ਰਹੀਆਂ। ਦਲਿਤ ਭਾਈਚਾਰਾ ਕਿਦੋਂ ਉੱਤੋਂ ਉੱਤਰਦਾ, ਸਾਡੇ ਹੀ ਭਰਾ ਨੇ, ਸਾਡੇ ਅਸੀਂ ਬੈਠੇ ਪਤਾ ਨਹੀਂ ਕੌਣ ਸਾਡੇ 'ਚੋਂ ਕਿਹੜੀ ਜ਼ਾਤ ਹੈ, ਕਿਹੜੀ ਪਾਤ ਹੈ। ਅਸੀਂ ਸਾਰੇ ਇਕੱਠੇ ਬੈਠੇ ਹਾਂ। ਮੈਨੂੰ ਪਤਾ ਹੀ ਨਹੀਂ ਤੁਸੀਂ ਕੌਣ ਹੋ, ਮੈਂ ਕੌਣ ਹਾਂ, ਤੁਹਾਨੂੰ ਨਹੀਂ ਪਤਾ। ਜੇ ਕੋਈ ਦਲਿਤ ਭਾਈਚਾਰੇ 'ਚੋਂ ਵੈਸੇ ਹੀ ਬੰਦਾ ਡਿਜ਼ਰਵ ਕਰਦਾ ਹੈ ਤਾਂ ਉਹਨੂੰ ਕਿਉਂ ਨਾ। मुझे बहुत खुशी है कि यूनाइटेड सिक्स और उनके साथ में करण गिलोत्रा फाउंडेशन और दूसरे भी बहुत मित्रों ने मिलकर सहयोग दिया है, अलग अलग तरह से सहयोग दिया है। हमारे पुराने डॉक्टर संधू भी यहाँ पे हैं। हम लोगों की तरफ से भी हमारे डॉक्टर संधू भी हमारे इनके नीचे सब जनों को ट्रेनिंग भी मिल जाएगी, कैसे पीपीई किट पहनना, कैसे उसको उतारना, कैसे पूरी व्यवस्था करना। खाने की भी बहुत ही अच्छी व्यवस्था इन लोगों ने की है। मुझे खुशी है कि ये 50 बेड का जो अस्पताल कोविड सेंटर बना है वो बहुत अच्छी तरह से सेवा करेगा। हमने चंडीगढ़ के अंदर देखा है कि पहला फेज जो हमारे कोविड का आया था, कोरोना का, करीब साल भर हो गया, उससे साल भर से भी ज़्यादा। उसके अंदर हम लोगों को बहुत कुछ सीखने को मिल रहा था और बहुत कुछ हम लोग सीखे। और एक समय ऐसा आया कि 5-5, 10-10 पेशेंट पॉजिटिव ही आ रहे थे और हमने सोचा कि हमने कोरोना को हरा दिया चंडीगढ़ के अंदर और अब सब कुछ ठीक हो जाएगा। हमने हमारी सब फैसिलिटीज़ खोल दी, हमने हमारी सब दुकानें और वेंडर्स और सब कुछ खोल दिया। और क्योंकि मैं कारण में तो नहीं जाना चाहता हूँ, पर चंडीगढ़ एक हमारा कैपिटल है, 2 स्टेट्स का कैपिटल है, हाई कोर्ट भी है। यहाँ पे आना जाना हम लोग रोक नहीं सकते और बहुत से बड़े कारण के कारण दूसरा जो फेज कोविड का आया वो बहुत फास्ट आया, बहुत तेजी से आया। पर हम लोगों की तैयारी, क्योंकि पहले हम लोगों ने देखा हुआ था, तो हमने हमारे जो अस्पताल हैं तीनों, जिसके अंदर जो हमारा सेक्टर 16 का हॉस्पिटल है, 32 का मेडिकल हॉस्पिटल है और जो PGIMR है, उसके अंदर हमने व्यवस्था की। और फिर बहुत सारे NGOs आगे आए कि हम फैसिलिटीज़ आपको देना चाहते हैं। हम लोगों ने कर्फ्यू भी लगाया, रिस्ट्रिक्शंस भी लगाए और उसके कारण करीब 2 हफ्ते से हम देख रहे हैं कि इन फैसिलिटीज़ जो हम लोगों ने रिस्ट्रिक्शंस लगाए उसके कारण आज हमारी स्थिति कुछ अच्छी हुई है। एक समय ऐसा था
कि 900 पॉजिटिव केसेस आ रहे थे, फेटिलिटी भी हो रही थी, क्योंकि केसेस ज़्यादा आएंगे तो फेटिलिटी भी बढ़ेगी। और उसके कारण हम लोगों को लगा कि चंडीगढ़ के अंदर दूसरे लोग भी हम लोगों को सहयोग दें, और उसी के कारण हम लोगों ने आर्मी को रिक्वेस्ट किया, तो उन लोगों ने 100 बेड का एक व्यवस्था L2 फैसिलिटी का हॉस्पिटल बनाया, और ESI ने बनाया, और अब NGOs भी बनाने लगे हैं। और हम लोगों के अब आज की स्थिति, जो भी कोई कोविड केसेस हैं जो भी आ रहे हैं, तो बेड्स की अभी तो कोई कमी नहीं है। न हमारे यहाँ पे ऑक्सीजन की कमी है, कि जहाँ जहाँ भी हम लोगों को ऑक्सीजन की ज़रूरत है, और जो नए फैसिलिटीज़ है उन लोगों को हमने कहा है कि आप अपने कॉन्सेंट्रेटर्स लगाओ, आपको खुद को ऑक्सीजन की व्यवस्था करनी पड़ेगी, क्योंकि हमारे पास में लिमिटेड 20 MT का ही एक कोटा है। ये सब व्यवस्था की है। हम लोग रेगुलरली वॉर रूम की मीटिंग्स आप जानते हो कि 1 साल से कर रहे हैं। पहले रोज करते थे, फिर 1 हफ्ते में 1 बार करते हैं, और हम लोग सब डॉक्टर से भी बात करते हैं। हम लोग उसके अंदर बहुत सारे बड़े डिसीजंस भी लेते हैं। आज की स्थिति ऐसी हुई है कि हमारे जहां करीब 900 केसेस पॉजिटिव आ रहे थे, हम अब 400 पे आ गए हैं, और 400 से नीचे भी आ गए हैं। फेटिलिटी भी नीचे हुई। एक नई बीमारी कोविड से रिलेटेड है या नहीं, वो तो